ਅੱਜ ਦਾ ਜੋ ਟੌਪਿਕ ਆਪਾਂ ਕਰਨ ਲੱਗੇ, ਆਪਣੇ ਟੌਪਿਕ ਦਾ ਨਾਮ ਹੈ ਵੈਕਟਰਸ। ਵੈਕਟਰਸ ਕੀ ਹੁੰਦੇ ਨੇ? ਵੈਕਟਰ ਇਜ਼ ਦ ਕਰੈਕਟਰਿਸਟਿਕਸ ਪ੍ਰੋਪਰਟੀ ਆਫ ਐਨੀ ਫਿਜ਼ੀਕਲ ਕੁਆਂਟਿਟੀ ਵਿਚ ਗਿਵ ਯੂ ਇਨਫੋਰਮੇਸ਼ਨ ਜਾਂ ਵਿਚ ਗਿਵ ਯੂ ਦ ਡਾਇਰੈਕਸ਼ਨ ਆਫ ਦੈਟ ਫਿਜ਼ੀਕਲ ਕੁਆਂਟਿਟੀ। ਮਤਲਬ ਕੀ ਹੈ? ਇੱਕ ਇਹੋ ਜਿਹਾ ਕਰੈਕਟਰਿਸਟਿਕ ਹੈ ਕਿਸੇ ਵੀ ਫਿਜ਼ੀਕਲ ਕੁਆਂਟਿਟੀ ਦਾ ਜਿਹੜਾ ਤੁਹਾਨੂੰ ਉਹਦੀ ਡਾਇਰੈਕਸ਼ਨ ਬਾਰੇ ਇਨਫੋਰਮੇਸ਼ਨ ਦਿੰਦਾ ਹੈ। ਫੋਰ ਐਗਜ਼ਾਮਪਲ ਕਿਵੇਂ? ਹੁਣ ਜੇ ਕਿਸੇ ਕੁਆਂਟਿਟੀ ਦੀ ਡਾਇਰੈਕਸ਼ਨ ਹੋਏਗੀ, ਠੀਕ ਹੈ, ਜਿਵੇਂ ਡਿਸਪਲੇਸਮੈਂਟ ਹੈ, ਜੇ ਇਹਦੀ ਡਾਇਰੈਕਸ਼ਨ 'ਤੇ ਡਿਪੈਂਡ ਕਰਦੀ ਡਿਸਪਲੇਸਮੈਂਟ ਤਾਂ ਉਹ ਵੈਕਟਰ ਕੁਆਂਟਿਟੀ ਹੋਏਗੀ ਨਾ। ਫੋਰ ਐਗਜ਼ਾਮਪਲ ਕਿਵੇਂ? ਡਾਇਰੈਕਸ਼ਨ ਕਿਵੇਂ ਦੱਸਦਾ? ਮੈंने ਇੱਕ ਸਿਸਟਮ ਬਣਾ ਲਿਆ, ਡਾਇਰੈਕਸ਼ਨੇਬਲ ਸਿਸਟਮ, ਨਾਰਥ ਸਾਊਥ ਵੈਸਟ ਦੀ ਡਾਇਰੈਕਸ਼ਨ ਬਣਾ ਲਈਆਂ। ਜੇ ਮੈਂ ਤੁਹਾਨੂੰ ਕਹਾਂ ਜਿਹੜਾ ਪਾਰਟੀਕਲ ਹੈ ਉਹ ਈਸਟ ਵੱਲ ਜਾ ਰਿਹਾ ਹੈ ਨਾ, ਤੇ ਉਹਦੀ ਡਾਇਰੈਕਸ਼ਨ ਆਪਾਂ ਕੀ ਨੋਟ ਕਰਾਂਗੇ? ਦ ਪਾਰਟੀਕਲ ਇਜ਼ ਮੂਵਿੰਗ ਡਿਊ ਈਸਟ। ਡਿਊ ਇਹਦਾ ਮਤਲਬ ਈਸਟ ਵੱਲ ਨੂੰ। ਜੋ ਨਾਰਥ ਈਸਟ ਵੱਲ ਮੂਵ ਕਰ ਰਿਹਾ, ਇਨ ਬਿਟਵੀਨ ਨਾਰਥ ਈਸਟ ਤੇ ਆਪਾਂ ਕਹਿੰਦੇ ਹਾਂ ਹੀ ਇਜ਼ ਮੂਵਿੰਗ ਇਨ ਆ ਨਾਰਥ ਈਸਟ ਡਾਇਰੈਕਸ਼ਨ। ਤੇ ਕਿਸੇ ਵੀ ਵੈਕਟਰ ਨੂੰ ਲਿਖਣ ਦਾ ਵੇ ਕੀ ਹੁੰਦਾ ਹੈ? ਉਸ ਕੁਆਂਟਿਟੀ ਦੇ ਉੱਪਰ ਜੇ ਫੋਰਸ ਨੂੰ ਲਿਖਣਾ ਹੈ ਤਾਂ ਫੋਰਸ ਦੇ ਉੱਪਰ ਐਰੋ ਪਾ ਦਾਂਗੇ, ਇਹ ਤੁਹਾਨੂੰ ਕੀ ਰਿਪਰੈਜ਼ੈਂਟ ਕਰਨੀ ਸ਼ੁਰੂ ਕਰ ਦੂਗੀ? ਵੈਕਟਰ ਕੁਆਂਟਿਟੀ। ਫਿਰ ਉਸ ਤੋਂ ਟਾਈਪਸ ਆਫ ਵੈਕਟਰ ਦੀ ਗੱਲ ਕਰਾਂਗੇ। ਵੈਕਟਰ ਮੇਨਲੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਪੋਲਰ ਵੈਕਟਰ, ਇੱਕ ਹੁੰਦੇ ਨੇ ਐਕਸਿਅਲ ਵੈਕਟਰ। ਇਹਨਾਂ ਨੂੰ ਡਿਸਕਸ ਕਰਦੇ ਹਾਂ। ਪਹਿਲਾ ਹੈ ਪੋਲਰ ਵੈਕਟਰ। तो ਜਿਹੜਾ ਪੋਲਰ ਵੈਕਟਰ ਹੈ, ਜਿਹੜਾ ਵਰਡ ਪੋਲਰ ਹੈ ਇਹ ਬਣਿਆ ਪੋਲ ਤੋਂ। ਪੋਲ ਦਾ ਮਤਲਬ ਹੁੰਦਾ ਇੱਕ ਸਿਰਾ, ਇੱਕ ਐਂਡ। ਐਂਡ ਨੂੰ ਆਪਾਂ ਸਟਾਰਟਿੰਗ ਪੁਆਇੰਟ ਵੀ ਕਹਿ ਸਕਦੇ ਹਾਂ। ਜਿਵੇਂ ਇੱਕ ਰੱਸੀ ਦੀ ਗੱਲ ਕਰੀਏ, ਉਹਦੇ ਦੋ ਐਂਡਸ ਹੋਣਗੇ ਹੈ ਨਾ, ਇੱਕ ਚਾਹੇ ਜਿਹੜਾ ਮਰਜ਼ੀ, ਇੱਕ ਨੂੰ ਸਟਾਰਟਿੰਗ ਪੁਆਇੰਟ ਕਹਿ ਲਓ, ਦੂਸਰਾ ਐਂਡ ਪੁਆਇੰਟ ਹੋ ਜਾਊਗਾ। ਦੈਟ ਮੀਨਸ ਕੀ ਹੋ ਗਿਆ? ਅ ਵੈਕਟਰ which having a starting point, ਉਹ ਵੈਕਟਰ ਜਿਹਦਾ ਕੋਈ ਨਾ ਕੋਈ ਸਟਾਰਟਿੰਗ ਪੁਆਇੰਟ ਹੋਵੇ ਉਹਨੂੰ ਆਪਾਂ ਕੀ ਬੋਲਾਂਗੇ? ਪੋਲਰ ਵੈਕਟਰ। ਫੋਰ ਐਗਜ਼ਾਮਪਲ ਫੋਰਸ ਹੈ। ਹੁਣ ਫੋਰਸ ਮੰਨ ਲਓ ਇੱਥੇ ਇੱਕ ਬਲੋਕ ਪਿਆ ਹੈ, ਮੈਂ ਇਹ 'ਤੇ ਫੋਰਸ ਲਗਾਈ, ਇਹ ਮੂਵ ਕਰਕੇ ਇੱਥੇ ਆ ਗਿਆ। ਦੈਟ ਮੀਨਸ ਆਹ ਦਾ ਸਟਾਰਟਿੰਗ ਪੁਆਇੰਟ ਹੋਊਗਾ ਨਾ, ਜਿਹੜੇ ਪੁਆਇੰਟ 'ਤੇ ਫੋਰਸ ਲੱਗ ਰਹੀ ਹੈ। ਡਿਸਪਲੇਸਮੈਂਟ ਹੈ, ਮੈਂ ਤੁਹਾਨੂੰ ਕਹਾਂ ਈਸਟ ਵੱਲ 3 ਕਿਲੋਮੀਟਰ ਜਾਓ, ਇੱਧਰ ਈਸਟ ਹੈ, 3 ਕਿਲੋਮੀਟਰ ਜਾਓ। ਹੁਣ 3 ਕਿਲੋਮੀਟਰ ਕਿੱਥੋਂ ਤੱਕ ਆ ਹੈ ਨਾ? ਇਹ ਵੀ ਹੈ ਨਾ, ਜਿਸ ਨੂੰ ਡਿਸਪਲੇਸਮੈਂਟ ਮੇਅਰ ਕਰਨ ਲਈ ਕਹਿੰਦਾ ਵੀ ਇੱਥੋਂ 3 ਕਿਲੋਮੀਟਰ ਦੂਰੀ ਤੈਅ ਕਰੋ, ਜਾਂ 3 ਕਿਲੋਮੀਟਰ ਡਿਸਟੈਂਸ ਮੇਅਰ ਕਰਕੇ ਦੱਸੋ ਮੈਨੂੰ, ਤਾਂ ਕੋਈ ਨਾ ਕੋਈ ਸਟਾਰਟਿੰਗ ਪੁਆਇੰਟ ਤਾਂ ਲਵਾਂਗੇ ਨਾ। ਜਿੱਥੇ ਇੱਥੇ ਆਪਾਂ ਓਰੀਜਨ ਲੈਣੇ ਹੁੰਦੇ, ਓਰੀਜਨ ਤੋਂ 3 ਕਿਲੋਮੀਟਰ। ਆ ਜਿਹੜਾ ਓਰੀਜਨ ਹੋ ਗਿਆ ਤੁਹਾਡਾ ਸਟਾਰਟਿੰਗ ਪੁਆਇੰਟ ਹੋ ਗਿਆ। ਜਿਹੜੇ ਵੀ ਵੈਕਟਰ ਦਾ ਕੋਈ ਸਟਾਰਟਿੰਗ ਪੁਆਇੰਟ ਹੋਵੇ ਉਹ ਤੁਹਾਡਾ ਕਿਹੜਾ ਵੈਕਟਰ ਕਹਿਲਾਉਂਦਾ? ਪੋਲਰ ਵੈਕਟਰ। ਫੋਰਸ ਹੋ ਗਿਆ ਜੀ ਐਗਜ਼ਾਮਪਲ, ਡਿਸਪਲੇਸਮੈਂਟ ਹੋ ਗਿਆ, ਇਹ ਸਾਰੇ ਕਿਹੜੇ ਵੈਕਟਰਸ ਨੇ? ਪੋਲਰ। ਨੈਕਸਟ ਤੁਹਾਡੇ ਕੋਲ ਐਕਸਿਅਲ ਵੈਕਟਰ ਹੈ। ਐਕਸਿਅਲ ਵੈਕਟਰ ਕਿਹੜਾ ਹੁੰਦਾ ਹੈ? ਦੇਖੋ ਜਿਹੜਾ ਐਕਸਿਅਲ ਵਰਡ ਹੈ ਜਾਂ ਐਕਸੀਅਲ ਵਰਡ ਹੈ, ਇਹ ਬਣੇ ਹੈ ਐਕਸਿਸ ਤੋਂ, ਠੀਕ ਹੈ ਜੀ, ਐਕਸਿਸ ਤੋਂ ਬਣਿਆ। ਐਕਸਿਸ ਦਾ ਮਤਲਬ ਕੀ ਹੁੰਦਾ? ਤੁਸੀਂ ਅੱਗੇ 5th ਚੈਪਟਰ 'ਚ ਆਪਾਂ ਪੜ੍ਹਾਂਗੇ ਰਿਜਿਡ ਬੋਡੀ ਰੋਟੇਸ਼ਨ ਜਾਂ ਰਿਜਿਡ ਬੋਡੀ ਮੋਸ਼ਨ ਦੀ ਗੱਲ ਕਰਾਂਗੇ। ਉੱਥੇ ਆਪਾਂ ਇਹ ਗੱਲ ਕਰਿਆ ਕਰਾਂਗੇ ਕਿ ਜਦੋਂ ਕੋਈ ਰੋਟੇਸ਼ਨ ਦੀ ਗੱਲ ਹੋਊਗੀ ਤਾਂ ਐਕਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਨਾ। ਇਹਦੇ ਲਈ ਆਪਾਂ ਰੋਟੇਸ਼ਨ ਵਰਡ ਯੂਜ਼ ਕਰ ਸਕਦੇ ਹਾਂ। ਐਕਸਿਸ ਮੀਨਸ ਰੋਟੇਸ਼ਨ, ਜਿਹਦੇ ਨੂੰ ਜਿਵੇਂ ਆਪਾਂ ਕਹਿੰਦੇ ਦ ਅਰਥ ਇਜ਼ ਰਿਵੋਲਵਿੰਗ ਅਰਾਊਂਡ ਇਟਸ ਓਨ ਐਕਸਿਸ। ਇਸ ਤਰ੍ਹਾਂ ਦਾ ਤਾਂ ਇਹਦਾ ਮਤਲਬ ਉਹ ਵੈਕਟਰ ਜਿਹੜੇ ਰੋਟੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਆਪਾਂ ਕਿਹੜੇ ਵੈਕਟਰ ਕਿਹਾ ਕਰਾਂਗੇ? ਐਕਸਿਅਲ। ਦ ਵੈਕਟਰ ਵਿਚ ਰਿਪਰੈਜ਼ੈਂਟ ਰੋਟੇਸ਼ਨ ਮੋਸ਼ਨ। ਉਹ ਵੈਕਟਰ ਜਿਹੜੇ ਕਿਹੜੇ ਰਿਪਰੈਜ਼ੈਂਟ ਕਰਨ? ਰੋਟੇਸ਼ਨ ਮੋਸ਼ਨ ਨੂੰ ਰਿਪਰੈਜ਼ੈਂਟ ਕਰਨ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਐਕਸਿਅਲ ਵੈਕਟਰ। ਫੋਰ ਐਗਜ਼ਾਮਪਲ ਟਾਰਕ ਹੈ, ਸੁਣਿਆ ਹੈ ਵਰਡ ਟਾਰਕ? ਟਾਰਕ ਦਾ ਦੂਜਾ ਨਾਮ ਰੋਟੇਟਿੰਗ ਫੋਰਸ ਵੀ ਹੈ। ਫੋਰਸ ਵਰਡ ਸੁਣਿਆ ਹੋਵੇਗਾ ਤੁਸੀਂ ਸਾਰਿਆਂ ਨੇ। ਫੋਰਸ ਕੀ ਹੁੰਦਾ? ਫੋਰਸ ਇਜ਼ ਦੈਟ ਕੁਆਂਟਿਟੀ ਵੈਨ ਦੈਟ external effort in the form of push or pull which will change or try to change the position of a particle from rest into motion। ਠੀਕ ਹੈ ਜੀ, ਜਦੋਂ ਕੋਈ ਸਬਜੈਕਟ 'ਤੇ ਆਪਾਂ ਪੁਸ਼ ਜਾਂ ਪੁੱਲ ਲਈਏ, ਆਪਣੀ ਜਗ੍ਹਾ ਚੇਂਜ ਕਰ ਲਏ, ਬਟ ਜਦੋਂ ਕਿਸੇ ਚੀਜ਼ 'ਤੇ ਆਪਾਂ ਫੋਰਸ ਲਾਈਏ ਤਾਂ ਚੀਜ਼ ਘੁੰਮਣਾ ਸਟਾਰਟ ਕਰ ਦੇ। ਜਿਵੇਂ ਫੋਰ ਐਗਜ਼ਾਮਪਲ ਦਰਵਾਜ਼ਾ ਹੈ, ਆਪਾਂ ਡੋਰ 'ਤੇ ਫੋਰਸ ਲਗਾ ਦਈਏ, ਡੋਰ ਰੋਟੇਟ ਕਰੇਗਾ ਨਾ, ਇੱਕ ਪਾਸਾ ਫਿਕਸ ਹੁੰਦਾ, ਡੋਰ ਦਾ ਐਕਸਿਸ ਫਿਕਸ ਹੋ ਗਈ ਨਾ, ਬਾਕੀ ਦਰਵਾਜ਼ਾ ਓਪਨ ਹੋ ਗਿਆ ਜਾਂ ਕਲੋਜ਼ਡ ਹੋਊਗਾ ਨਾ। ਇਹਦਾ ਮਤਲਬ ਆਪਣੀ ਫੋਰਸ ਉੱਥੇ ਫੋਰਸ ਨਹੀਂ ਕਹਿਲਾਉਂਦੀ, ਉੱਥੇ ਰੋਟੇਟਿੰਗ ਫੋਰਸ ਕਹਿਲਾਉਂਦੀ ਹੈ।
और फिर दैट मीनस ਉਹ ਕਿਹੜੀ ਕੁਆਂਟੀਟੀ ਹੋਗੀ ਤੁਹਾਡੇ ਕੋਲ ਟਾਰਕ दैट मीनस ਟਾਰਕ ਤੁਹਾਡੇ ਕੋਲ ਕੀ ਰਿਪਰੈਜ਼ੈਂਟ ਕਰਦਾ ਹੈ ਐਕਸਲ ਵੈਕਟਰ। ਇਸ ਤੋਂ ਇਲਾਵਾ ਐਂਗੂਲਰ ਡਿਸਪਲੇਸਮੈਂਟ ਇਹ ਵੀ ਪੜਾਂਗੇ ਆਪਾਂ। एंगुलर डिस्प्लेसमेंट हो गया, एंगुलर वेलोसिटी होगी, एंगुलर एक्सेलरेशन होगी। ये सारे थोड़े की रिप्रेजेंट जितने भी एंगल वर्ड आ जाए ਇਹਦਾ मतलब क्वांटिटी रोटेशन ਨੂੰ डिनोट करती है। ठीक है जी, ਇਹ ਮੇਨ ਦੋ ਤਰ੍ਹਾਂ ਦੇ ਵੈਕਟਰਸ ਹੁੰਦੇ ਨੇ। ਇਸ ਤੋਂ ਬਾਅਦ ਆਪਾਂ ਪੋਲਰ ਵੈਕਟਰਸ ਦੀਆਂ ਦੇਖੋ ਰੋਟੇਸ਼ਨ ਦਾ ਕੋਈ ਪਰਟੀਕੁਲਰ ਕੇਸ ਲਈ ਲੱਗਦਾ ਹੈ ਨਾ, ਜਿੱਥੇ ਰੋਟੇਸ਼ਨ ਮੋਸ਼ਨ ਦੀ ਗੱਲ ਹੁੰਦੀ ਹੈ ਮਤਲਬ ਜਿਹੜਾ ਪੋਲਰ ਵੈਕਟਰ ਹੈ ਦੈਟ ਵਰਡ ਐਗਜ਼ਿਸਟ ਫॉर द ਲੀਨੀਅਰ ਮੋਸ਼ਨ। ਲੀਨੀਅਰ ਮੋਸ਼ਨ ਵਾਸਤੇ ਆਪਾਂ ਕਿਹੜੇ ਵੈਕਟਰ ਦੀ ਗੱਲ ਕਰਦੇ ਹੁੰਦੇ ਆ ਪੋਲਰ ਵੈਕਟਰ ਦੀ। ਉਸ ਤੋਂ ਬਾਅਦ ਵੈਕਟਰ ਨਾਲ ਰਿਲੇਟਡ ਕੁਝ ਟਰਮਸ ਪੜਾਂਗੇ ਆਪਾਂ ਜਿਹੜੇ ਕਿ ਬਹੁਤ ਯੂਜ਼ ਕਰਿਆ ਕਰਾਂਗੇ। ਪਹਿਲਾ ਹੈ ਮੋਡੂਲਸ ਆਫ ਏ ਵੈਕਟਰ। ਮੋਡੂਲਸ ਆਫ ਏ ਵੈਕਟਰ ਦਾ ਕੀ ਮਤਲਬ ਹੈ? ਕਿਸੇ ਵੀ ਵੈਕਟਰ ਦੀ ਮੋਡੂਲਸ ਦਾ ਮਤਲਬ ਹੁੰਦਾ ਮੈਗਨੀਟਿਊਡ, ਉਹਨੂੰ ਮੈਗਨੀਟਿਊਡ ਆਫ ਵੈਕਟਰ ਵੀ ਕਹਿ ਸਕਦੇ ਹਾਂ। ਕਿਸੇ ਵੀ ਵੈਕਟਰ ਦੀ ਵੈਲਿਊ ਕਿੰਨੀ ਹੈ ਵੈਕਟਰ ਫਾਰਮ 'ਚ ਵੀ ਦੇਖਾਂਗੇ। ਫੋਰ ਐਗਜ਼ਾਮਪਲ ਮੈਂ ਡਿਸਪਲੇਸਮੈਂਟ ਕਹਾਂ ਏ ਬੀ ਤੁਹਾਡੇ ਕੋਲ ਕੋਈ ਡਿਸਪਲੇਸਮੈਂਟ ਹੈ ਜਿਹੜਾ ਕਿ 5 ਕਿਲੋਮੀਟਰ ਹੈ ਈਸਟ ਵੱਲ ਨੂੰ, ਡਿਊ ਈਸਟ। ਠੀਕ ਹੈ ਜੀ, ਡਿਊ ਈਸਟ कहता डायरेक्शनेबल होगी, मतलब पता लगा भी डिस्टेंस नहीं है, डिस्प्लेसमेंट है 5 किलोमीटर। तो 5 का की हो गया मॉडुलस हो गया इत्थे, है ना। जो आप वैक्टर में रिप्रेजेंट करांगे तो उदों तुहानूं दस्सांगे भी अदरवाइज किवें कर सकते। एक्चुअल च ना देखो आ तुहानूं पता है एक्स एक्सिस वाई एक्सिस होंदा है, फ्रेम ऑफ रेफरेंस थोड़ा दस्सिया सी मैंने। मान लो आ कोई पार्टिकल है जिहड़ा पी पॉइंट ते खड़ा है, ਇਹਦੇ ਕੋਆਰਡੀਨੇਟ ਹੈ एक्स वाई, ਇਹਦਾ मतलब एक्स एक्सिस तो एक्स डिस्टेंस से खड़ा है। आ ਤੁਹਾਡੇ ਕੋਲ एक्स है तो वाई तो ये वाई ਤੇ ਖੜਾ ਤੁਹਾਡੇ ਕੋਲ वाई है। ਤਾਂ ਇਹਦਾ ਪੋਜੀਸ਼ਨ ਆਪਾਂ ਵਿਦ ਰਿਸਪੈਕਟ ਟੂ ਰੀਜਨ ਦੇਖਦੇ ਨੇ, ਇਹ ਮੰਨ ਲਓ आर है, आर ਇਹਦੀ ਕੀ ਹੈ ਪੋਜੀਸ਼ਨ ਹੈ, ਕਿਉਂਕਿ ਪੋਜੀਸ਼ਨ ਦਾ ਆਪਾਂ ਰੀਜਨ ਦੇਖਾਂਗੇ ਤਾਂ आर ਨੂੰ ਲਿਖਣ ਦਾ ਤਰੀਕਾ ਹੁੰਦਾ ਹੈ आर इज इक्वल टू एक्स, ਪਹਿਲਾਂ एक्स ਲਿਖਦੇ ਨੇ एक्स आई कैप, एक्स वाले पासे ਜਿਹੜਾ आई लगदा ਹੁੰਦਾ प्लस वाई जिन्ना भी होगा, जो 2 3 होंगे ये कोआर्डिनेट तो बन जाता है 2i प्लस 3j। ठीक है, जो आई जे के है इन्होंने आप बोलते हैं यूनिट वैक्टर, डिटेल पढ़ते हैं ना। तो जे तो कोई वैक्टर इस तरह का आ जाता, मान लो आर वैक्टर है, आर तो 2i प्लस 3j लिखा होंगे, सो कहते हैं यदा मॉडुलस कटो है ना। यदा मॉडुलस कटन का फॉर्मूला आर मॉडुलस तुसीं पढ़िया भी होगा मे बी मैथ च। ਇਹਦੇ आई का ਕੋਫੀਸ਼ੀਐਂਟ है ਉਹਦਾ ਸਕੇਅਰ ਕਰ ਦਿਓ, जी का ਕੋਫੀਸ਼ੀਐਂਟ है ਉਹਦਾ ਸਕੇਅਰ ਕਰ ਦਿਓ, ਸਾਰੇ ਦਾ ਕੀ ਕਰ ਦਿਓ ਤੁਸੀਂ ਸਕੇਅਰ। 4 + 9 टोटल कितना बन गया मॉडुलस रूट। ठीक है जी, ऐ आप मॉडुलस कट करेंगे इसी वेक्टर। दूसरा ਤੁਹਾਡੇ ਕੋਲ है यूनिट वेक्टर। ये नाम तो क्लियर है, पहली गल तो ना यूनिट, यूनिट का मतलब है यूनिटी। यूनिट वर्ड का की मतलब है यूनिटी, यूनिटी का मतलब होंगे 1, जिहदा मैग्नीट्यूड 1 यूनिट होवे उन्हें आप किहड़ा वैक्टर कह देने यूनिट वैक्टर। द वैक्टर हैविंग मैग्नीट्यूड 1 यूनिट is called यूनिट वैक्टर। जब मैग्नीट्यूड एक यूनिट हो गई उन्हें आप की कहांगे यूनिट वैक्टर। जिवें फॉर एग्जांपल मान लो मेरे को आर वैक्टर है जो आई कैप लिखला एक्सले पासे जाएगा। ठीक है, तेनों मैं लिख आई कैप प्लस 0 जे कैप, जो के कैप होंगे 3 डायमेंशन का 0 के कैप, आर का मॉडुलस कटू तो कितना जो 1 आ जाओ, एक का स्केयर आ जाओ, बस होर तो थोड़ी नहीं। आई तो की रिप्रेजेंट करता है यूनिट वैक्टर। एक तो ये डेफिनेशन है। एक हुण मान लो मेरे को आर कोई वैक्टर है, मैं बना लिया 2i कैप 3j कैप प्लस 4k कैप। पहली गल तो ये आई कैप जे कैप लगाए ने, दीज आर द यूनिट वैक्टर्स। ये सिंपल है यूनिट वैक्टर से। ठीक है, आई कैप हमेशा एक्स नू डिनोट करता होंगे,
ਜਿਹੜਾ ਜੇ ਕੈਪ ਹੈ ਹਮੇਸ਼ਾ ਵਾਈ ਨੂੰ ਡਿਨੋਟ ਕਰਦਾ ਹੁੰਦਾ, ਜਿਹੜਾ ਕੇ ਕੈਪ ਹੈ ਹਮੇਸ਼ਾ ਜ਼ੈਡ ਨੂੰ ਡਿਨੋਟ ਕਰਦਾ ਹੁੰਦਾ। ਹੁਣ ਕੈਪਸ ਦਾ ਕੀ ਹਿਸਾਬ ਕਿਤਾਬ ਹੈ ਉਹ ਦੇਖਦੇ ਆਪਾਂ। ਦੇਖੋ ਮੰਨ ਲਓ ਆਰ ਵੈਕਟਰ ਹੈ, ਇਹਦੇ ਯੂਨਿਟ ਵੈਕਟਰ ਨੂੰ ਆਪਾਂ ਆਰ ਕੈਪ ਨਾਲ ਲਿਖਿਆ ਕਰਾਂਗੇ। ਜਿਵੇਂ ਆਈ ਦੇ ਯੂਨਿਟ ਵੈਕਟਰ ਨੂੰ ਆਈ ਕੈਪ ਲਿਖਦੇ ਹਾਂ, ਜੇ ਦੇ ਯੂਨਿਟ ਵੈਕਟਰ ਨੂੰ ਜੇ ਕੈਪ ਲਿਖਦੇ ਹਾਂ, ਇਹਦੇ ਯੂਨਿਟ ਵੈਕਟਰ ਨੂੰ ਆਪਾਂ ਕੀ ਲਿਖਿਆ ਕਰਾਂਗੇ ਆਰ ਕੈਪ। ਇਹ ਡੈਫੀਨੇਸ਼ਨ ਕੀ ਕਹਿੰਦੀ, ਕਿਸੇ ਵੀ ਵੈਕਟਰ ਨੂੰ ਉਸੇ ਦੇ ਮੈਗਨੀਟਿਊਡ ਨਾਲ ਡਿਵਾਈਡ ਕਰ ਦੋ, ਉਹ ਤੁਹਾਡੇ ਕੋਲ ਯੂਨਿਟ ਵੈਕਟਰ ਰਿਪਰੈਜ਼ੈਂਟ ਕਰਨਾ ਸ਼ੁਰੂ ਕਰ ਦਿੰਦਾ। ਅ ਵੈਕਟਰ divided by its own magnitude, किसी भी वैक्टर ਨੂੰ ਉਸੇ ਦੇ ਹੀ ਮੈਗਨੀਟਿਊਡ ਕੀ ਕਰਨੀ ਆਪਾਂ ਡਿਵਾਈਡ ਕਰਦੀ ਹੈ, that denotes to the unit vector। ਫॉर एग्जांपल मैं r कैप ਦੀ ਗੱਲ ਕਰਾਂ, ਤੁਹਾਡੇ ਕੋਲ ਕਿੰਨਾ ਬਣ ਜਾਊਗਾ r ਵੈਕਟਰ ਬਾਈ r ਵੈਕਟਰ ਕਿੰਨਾ ਤੁਹਾਡੇ ਕੋਲ 2i plus 3j नीचे मॉडल्स पा लो ना प्लस 4k बटे, देखो जी कल्ले की गल करना 2i कैप है ना, एक कंबाइंड आर की गल कर रहे हैं। आर का मॉडल कितना बन जाएगा 2 का स्केयर प्लस 3 का स्केयर प्लस 4 का स्केयर, सारे का स्केयर तो कितना बन जाएगा 2i प्लस 3j प्लस 4k बटे 4 प्लस 9 प्लस 16 2i प्लस 3j प्लस 4k ओवर 29। you know primary लिख सकता 2 by 29 root I cap, 3 by 29 root j cap, 4 by root 29 into k cap। ये तो की बिल्ड करना शुरू कर गया यूनिट वेक्टर अलोंग r डायरेक्शन, r दी क्रॉस वेक्टर। ठीक है जी, ये तो हो गया यूनिट वेक्टर। फिर ਤੁਹਾਡੇ ਕੋਲ ਹੈ ਇਕੁਅਲ ਵੈਕਟਰ। ਅਗਲੀ ਡੈਫੀਨੇਸ਼ਨ ਕੀ ਹੈ ਇਕੁਅਲ ਵੈਕਟਰ। कोई भी दो वैक्टर इक्वल ਤਾਂ कहांगे द टू वैक्टर are said to be equal if they have same magnitude and same direction। कोई भी दो वैक्टर ਨੂੰ ਆਪਾਂ ਇਕੁਅਲ ਵੈਕਟਰ ਉਦੋਂ ਕਿਹਾ ਕਰਾਂਗੇ ਜਦੋਂ ਉਹਨਾਂ ਦਾ ਮੈਗਨੀਟਿਊਡ ਵੀ ਸੇਮ ਹੋਵੇ ਤੇ ਉਹਨਾਂ ਦੀ ਡਾਇਰੈਕਸ਼ਨ ਵੀ ਕੀ ਹੋਵੇ ਸੇਮ ਹੋਵੇ। ਠੀਕ ਹੈ ਜੀ, ਜੇ ਮੈਂ ਮੇਰੇ ਕੋਲ a ਵੈਕਟਰ ਹੋਵੇ ਕੋਈ 2i plus 3j, ਠੀਕ ਹੈ, मतलब ਇਹ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਹ ij ਪਲੇਨ ਦੀ ਗੱਲ ਹੋਗੀ ਨਾ, ਕਿਉਂਕਿ xy ਪਲੇਨ 'ਚ ਹੋ ਗਿਆ ਨਾ। वुड मैशन की गल की सी वन डायमेंशन मोशन एच एक्स भी है मतलब आई है मतलब एक्स है, वाई है जे है मतलब वाई है, तो यह एक्स वाई प्लेन हो गया। एक बी वैक्टर है वो जब तक ए हो सकता है डायरेक्शन वो भी एक्स वाई प्लेन ही बन गई ना, जहाँ ए भी हो सकता है। कोई गल ही है क्योंकि जो दोनों मॉडल्स कटांगे ਇਹਦਾ भी रूट 13 आएगा, ਇਹਦਾ भी रूट 13 आएगा, दोनों की वैल्यू भी सेम है, मैगनीट्यूड भी बराबर आएगा, डायरेक्शन दोनों एक्स भी प्लेन ਦੇ ਵਿੱਚ ਹੈ। ਦੈਨ ए ਤੇ बी ਨੂੰ ਆਪਾਂ ਕੀ ਕਹਾਂਗੇ ਦੋਨੇ ਵੈਕਟਰ ਆਪਸ ਕੀ ਨੇ ਇਕੁਅਲ ਵੈਕਟਰ। ਕਲੀਅਰ ਹੈ ਜੀ। ਅਗਲੀ ਡੈਫੀਨੇਸ਼ਨ ਹੈ ਜਿਹੜੀ ਦੈਟ ਇਜ਼ ਨੈਗੇਟਿਵ ਆਫ ਅ ਵੈਕਟਰ। ਨੈਗੇਟਿਵ ਵੈਕਟਰ ਦਾ ਕੀ ਮਤਲਬ ਹੈ, ਦੇਖੋ ਜੇ ਕੋਈ ਵੈਕਟਰ a ਹੈ ਤਾਂ ਉਹਦੇ ਨੈਗੇਟਿਵ ਦਾ ਮਤਲਬ ਮਾਈਨਸ a ਹੋ ਗਿਆ। ਮਾਈਨਸ ਲਾਉਣ ਨਾਲ ਕੀ ਫਰਕ ਪਿਆ, ਉਹਦਾ मैगनीट्यूड जे मान लो मैं कहा मेरे को डिस्प्लेसमेंट की गल करा, मेरे को 4 मीटर है या 4 मीटर है अलॉन्ग ईस्ट, जे मैं ਇਹਦੇ ਕਿ ਮਾਈਨਸ ਲਾਵਾਂ ਤਾਂ ਵੈਲਿਊ ਤਾਂ 4 ਹੀ ਰਹੂਗੀ, ਪਰ ਡਾਇਰੈਕਸ਼ਨ ਕਿੱਧਰ ਹੋ ਜਾਏਗੀ ईस्ट ਦੇ ਆਪੋਜ਼ਿਟ, मतलब ਕਿੱਧਰ ਬਣ ਜਾਏਗੀ ਵੈਸਟ ਬਣ ਜਾਏਗੀ। मतलब नेगेटिव ऑफ वेक्टर का मतलब ਕੀ ਹੈ, द वेक्टर इज नेगेटिव ऑफ इटसेल्फ हैविंग सेम मैग्नीट्यूड बट इन अपोजिट डायरेक्शन। vector is negative of itself if it have same magnitude but direction become opposite। ਜਿਵੇਂ a ਦਾ ਜਿਹੜਾ ਨੈਗੇਟਿਵ ਆ ਤੁਹਾਡੇ ਕੀ ਹੁੰਦਾ
माइनस ए बराबर नहीं होंगे, मैगनीट्यूड बराबर होंगे जो मैगनी मॉडलस लेना होवे ना, मॉडलस तुसीं मैथ भी पढ़िया, मॉडलस का मतलब दोनों मॉड ले रहोगे तो पॉजिटिव हो जाएंगे, पर डायरेक्शन दोनों ही रही है अपने ओपोजिट रही है, उन्होंने आप की बोलते हैं नैगेटिव ऑफ वैक्टर्स। नैक्सट जी डेफिनेशन है तो है को इनिशियल वैक्टर की है वो 6th डेफिनेशन है को इनिशियल वैक्टर। देखो को वर्ड का मतलब है कॉमन, इनिशियल का मतलब है स्टार्टिंग। वो वैक्टर जिहदा स्टार्टिंग पॉइंट कॉमन होवे, टू वैक्टर आर said to be co-initial if कदों they have common starting point, जिनका स्टार्टिंग पॉइंट की होवे कॉमन होवे। जिवें फॉर एग्जांपल इधर मैं ओ ए ड्रा कर लिया, इधर मैं ओ पी ड्रा कर लिया। देखो ओ ए वैक्टर हो गया एक तो कल की हो गया ओ बी वैक्टर हो गया, तो दोनों का स्टार्टिंग पॉइंट की है कॉमन है ओ, दैन ओ ए तो ओ बी वैक्टर तो की होंगे को इनिशियल वैक्टर। सतवां तो है को प्लेनर, को प्लेनर। देखो को वर्ड मतलब कॉमन, को मीन कॉमन, प्लेनर मीन प्लेन, प्लेन का मतलब कॉमन डिमेंशनस कह लो, एक्स वी प्लेन का मतलब जेडे भी वो टू डिमेंशन फ्रेम च लाइक करना एक हो जाए, दोनों एक्स वी प्लेन च होण या दोनों वाई जेड च होण या दोनों एक्स जेड च, टू कॉमन प्लेन। प्लेन मतलब टू डिमेंशनस, जेडे दो वैक्टर इको प्लेन दे विच होण आपां की बोलांगे को प्लेनर वैक्टर। फॉर एग्जांपल किवें द टू वैक्टर are said to be coplanar if they lie in a same plane। ये हो सेम प्लेन च लाई कर उन्होंने आप की बोलांगे कोप्लेनर। फॉर एग्जांपल तो ए वैक्टर है तो कुछ भी सपोज कर लो 2i+3 च, ये केड़ा प्लेन हो गया एक्स वाई। बी तो है 6i+7 च, बेशक वैल्यू अलग अलग है, मैग्नीट्यूड बराबर नहीं है गया, बट प्लेन तो एक्स वाई है ना, ये दोनों वैक्टर्स की होंगे को प्लेनर होंगे। 8वां तो है कोलिनियर वैक्टर्स। मान लो तो को प्लस लीनियर, लीनियर मतलब लाइन इको लाइन च होण ना, टू वैक्टर आर said to be collinear कदों if they lie in a same line, they lie in a same line। वो लाइन पैरेलल भी हो सकते ने, वो एंटी पैरेलल भी हो सकते हैं। लाइन का मतलब ये थोड़ी होंगे पैरेलल ही है, ओपोजिट भी हो सकते, जिमें आ दो वैक्टर्स ने, मैं ए वैक्टर लिख ला, इनू मैं बी वैक्टर लिख ला, जा आ ए वैक्टर है आ बी वैक्टर है, ठीक है, दोनों कोलिनियर ने क्योंकि दोनों ही एक्स एक्स, जे मैं इस हॉरिजेंटल लाइन में एक्सेस ड्रॉ कर ला तो दोनों ही एक्स एक्सिस ते लाई कर दें। बेशक ये एक्स के पॉजिटिव वाले दोनों, ये एक पॉजिटिव है एक नेगेटिव है, पर दोनों आपस की ने कोलिनियर्स ने। नेक्स्ट ਤੁਹਾਡੇ ਕੋਲ ਜਿਹੜਾ डेफिनेशन है दैट इज नल वैक्टर। मैट्रिक्स +1 च मे बी पढ़ोगे नल मैट्रिक्स, ठीक है। नल वर्ड का मतलब होंगे जीरो, खाली एम्पटी सैट, एम्पटी सैट नल सैट की गल कर देंगे मैथ के विच। तो वैक्टर वो हो गया जिहदा मैग्नीट्यूड जीरो होवे, एनी वैक्टर is said to be null vector if
it has zero magnitude, ਜੇ ਇਹਦਾ ਮੈਗਨੀਟਿਊਡ ਕੀ ਹੋਵੇ ਜ਼ੀਰੋ ਹੋਵੇ ਉਹਨੂੰ ਆਪਾਂ ਕਿਹੜਾ ਵੈਕਟਰ ਕਿਹਾ ਕਰਾਂਗੇ, ਨਲ ਵੈਕਟਰ। ਨੈਕਸਟ ਤੁਹਾਡੇ ਕੋਲ ਹੈ ਡੈਫੀਨੇਸ਼ਨ ਇਕੁਲਿਬਰੀਅਮ ਵੈਕਟਰ ਦੀ। इक्विलिब्रियम वेक्टर देखो, इक्विलिब्रियम वर्ड का मतलब होता है बैलेंस, है ना। मान लो मैं फोर्स की गल करा, टग ऑफ वार की गल कर ली। मान लो एक पॉइंट है, इधर फोर्स लग रही है F1 20 न्यूटन, इधर भी F2 लग रही है, एक ही है 20 न्यूटन। ਇਹਦਾ ਕੀ ਮਤਲਬ ਹੈ ਵੀ ਦੋਨੋਂ ਫੋਰਸਿਸ ਨੇ ਪੁਆਇੰਟ O ਨੂੰ ਇਕੁਲਿਬਰੀਅਮ 'ਚ ਰੱਖ ਰੱਖਿਆ। ਦੋਨੇ ਫੋਰਸਿਸ ਕੀ ਨੇ, ਜਿਹਨੂੰ ਬੈਲੈਂਸ ਕਰ ਰਹੀਆਂ, ਤੇ ਫੋਰਸ ਕੀ ਹੋ ਗਈ, ਇਕੁਲਿਬਰੀਅਮ ਵੈਕਟਰ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ। ਦ ਵੈਕਟਰ ਵਿਚ two vector are said to be in equilibrium, to be equilibrium vector when they cancel the effect of each other। जे एक दूसरे का फैक्टर को करना हो, कैंसल करना हो ना, आप की बोलेंगे इक्विलिब्रियम। नैक्सट जी डेफिनेशन है 12वीं सॉरी, वो तो को लोकलाइज्ड वैक्टर। लोकलाइज्ड लोकलाइज वर्ड का मतलब है फिक्स्ड, ठीक है। लोकलाइज की जगह तो लोकल इकट्ठे होना, खड़े होना, लोकलाइज होना। वो वैक्टर जिसका स्टार्टिंग पॉइंट फिक्स हो, वैक्टर whose starting point is fixed called localized vector। मैं ओरिजिन की गल करता हूँ, ओरिजिन हमेशा फिक्स होंगे, 0 0 0 तो ही लाई करता होंगे, है ना। ओरिजिन थोड़ा की हो गया एक फिक्स्ड वैक्टर हो गया। एक थोड़े को नॉन लोकलाइज्ड है। नॉन लोकलाइज्ड वैक्टर केड़ा होगा, जिसका स्टार्टिंग पॉइंट फिक्स ना हो, डू नॉट हैव फिक्स्ड स्टार्टिंग पॉइंट, जिसका स्टार्टिंग पॉइंट की हो फिक्स ना हो, फिक्स स्टार्टिंग पॉइंट। इन्हों पर फ्री वैक्टर भी की है। नैक्सट तुहाडे कोल है पोजीशन वैक्टर। नाम तो क्लीयर है, पोजीशन जिहड़ा तुहानूं की दसदा है, पोजीशन दसदा है पार्टिकल दी। इट इज़ अ वैक्टर विच गिव और टेल यू about the positions of the particle। Position of particle in plane और space। ਜਿਹੜੀ ਵੀ ਚੀਜ਼ ਦੀ ਗੱਲ ਹੋ ਰਹੀ ਹੈ, ਜੇ plane ਦੀ ਗੱਲ ਹੋ ਰਹੀ ਹੈ ਤਾਂ plane ਦੀ, ਜੇ space ਦੀ ਗੱਲ ਹੋ ਰਹੀ ਹੈ ਤਾਂ space ਦੀ, ठीक है। फॉर एग्जाम्पल किमें मैं प्लेन की गल एग्जाम्पल दे रहा मैं, मान लो मैं XY प्लेन बना लिया, एक पहला भी थोड़ा दस चुके ये बारे। मान लो ये कोआर्डिनेट है XY, मतलब एक्स वाले पासे एक्स डिसेंस है, वाई वाले पासे की है। तो पोजीशन जो OP है, ओरिजिन तो P पॉइंट की दूरी, दैट इज कॉल्ड पोजीशन वैक्टर। जी पोजीशन है पार्टिकल की, वो ना तो विद रिस्पैक्ट टू एक्स एक्सिस देखनी है, ना ही विद रिस्पैक्ट टू वाई देखनी है, अपने विद रिस्पैक्ट टू ओरिजिन देखनी होंगी है। तो करके ओरिजिन का डायरैक्टली देखो डिस्प्लेसमेंट तरह की गल होगी ना, शॉर्टेस्ट पाथ हो गया। तो OP तो की हो गया पोजीशन वैक्टर। तो ये ऑलरेडी दस चुके हैं। इनू आप आर कैप आर लिखते होंगे ना, आर में लिखने का वे की होंगे, आर वैक्टर इज इक्वल टू एक्स आई कैप, मतलब एक्स जो आई कैप लग गया तो अंडरस्टूड हो गया एक्स की जी वैल्यू है वो आई एक्स वाले पास ही है ना। जो मान लो 2 होंगे 2 आई लिखे जाते, तो 2 मतलब एक्स वाले पास वैल्यू 2 है, इधर की होता वाई जी। ये 3 डायमेंशन होंगे तो इतने जेड आ जाता, तो इतने भी कहना जेड इंटू के कैप। ये तो की है
पोजीशन वेक्टर। 15th डेफिनेशन रिजल्टेंट वेक्टर, बहुत इंपॉर्टेंट है। रिजल्टेंट, देखो रिजल्टेंट वर्ड बनया रिजल्ट तो, ठीक है जी। रिजल्ट का मतलब टोटल करना है, मान लो है ना, कोई चीज़ ਨੂੰ ਆਪਾਂ ਐਡ ਕਰੀਏ, ਕੋਈ ਚੀਜ਼ ਨੂੰ ਗੁਣਾ ਕਰੀਏ, ਉਹਦਾ ਰਿਜ਼ਲਟ ਜਿਹੜਾ ਦੇ ਦੇ, ਹੈ ਨਾ। मैं अपना डेफिनेशन लिख रहा, ए वेक्टर इज सेट टू बी रिजल्टेंट, ए वेक्टर इज said to be a resultant if it produce same effect as produced by two or more vector। ਰਿਜ਼ਲਟੈਂਟ ਉਹ ਵੈਕਟਰ ਹੁੰਦਾ ਹੈ ਜਿਹੜਾ ਦੋ ਜਾਂ ਦੋ ਤੋਂ ਜ਼ਿਆਦਾ ਵੈਕਟਰ ਜਿਹੜਾ ਕੰਮ ਕਰ ਰਹੇ ਨੇ ਉਹੀ ਕੰਮ ਉਹ ਵੈਕਟਰ ਇਕੱਲਾ ਕਰੇ, ਉਹਨੂੰ ਆਪਾਂ ਕੀ ਵੈਕਟਰ, ਕਿਹੜਾ ਵੈਕਟਰ ਕਹਿ ਦਿੰਦੇ ਆ, ਰਿਜ਼ਲਟੈਂਟ ਵੈਕਟਰ। ਫੋਰ ਐਗਜ਼ਾਮਪਲ ਕਿਵੇਂ, ਮੰਨ ਲਓ ਆ ਮੈਂ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾ ਲਈ, ए पॉइंट हो गया तो बी हो गया, तो किहड़ा पॉइंट हो गया सी। ए बी जोड़ा 3 है, बी सी जोड़ा 4 है, ठीक है। मान लो आई वांट टू रीच द पॉइंट सी फ्रॉम ए, तो पहले ए तो बी गया, ए तो बी डिस्टेंस ट्रैवल किया, बी तो सी गया, है ना। यही काम मैं ए तो सी भी कर सकता सीगा, है ना, सीधा भी ए तो सी जा सकता सी। तो ए सी जिहड़ा काम ए बी ते बी सी ने मिल के किया, ठीक है जी, वही काम किने करता कल्ला ए सी ने करता। दैन ए सी ਨੂੰ ਆਪਾਂ ਕੀ ਕਹਾਂਗੇ, ए सी इज़ द रिजल्टेंट वैक्टर। रिजल्टेंट वैक्टर ਨੂੰ ਜ਼ਿਆਦਾਤਰ ਆਪਾਂ ਨੋਟ ਕਰਦੇ ਹੁੰਦੇ ਆ आर ਨਾਲ, ਠੀਕ ਹੈ ਜੀ। ਇੰਨਾ ਕੁ ਜਿਹੜਾ ਬੇਸਿਕ ਹੈ ਵੈਕਟਰਸ ਬਾਰੇ, ਇੰਨਾ ਕੁ ਤੁਸੀਂ ਸਟੱਡੀ ਕਰਿਓ। ਨੈਕਸਟ ਵੀਡੀਓ ਦੇ ਵਿੱਚ ਆਪਾਂ ਵੈਕਟਰ ਦੀ ਐਡੀਸ਼ਨ ਤੇ ਵੈਕਟਰ ਦੀ ਮਲਟੀਪਲੀਕੇਸ਼ਨ ਬਾਰੇ ਗੱਲ ਕਰਾਂਗੇ। ਥੈਂਕ ਯੂ।